हेलो एवरीवन। नेक्स्ट अपना टॉपिक है फिलिप टू डोमेस्टिक इंडस्ट्रीज। नेक्स्ट पॉइंट है द डोमेस्टिक इंडस्ट्रीज इन होस्ट कंट्रीज आर बेनिफिटेड बाय द कोलैबोरेशन ऑफ मल्टीनेशनल कारपोरेशनस। ਹੁਣ ਆਪਣੇ ਅਗਰ ਇੰਡੀਆ ਦੇ ਵਿੱਚ ਬਾਹਰੋਂ ਕੋਈ ਆਪਣੀ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀਜ਼ ਆਉਂਦੀਆਂ ਨੇ, ਆਪਣੇ ਨਾਲ ਕੋਲੈਬੋਰੇਟ ਕਰਦੀਆਂ ਨੇ, ਮਤਲਬ ਆਪਣੇ ਨਾਲ ਇਕੱਠ ਜੋੜ ਬਣਾਉਂਦੀਆਂ ਨੇ, ਤਾਂ ਡੋਮੈਸਟਿਕ ਇੰਡਸਟਰੀਜ਼ ਨੂੰ ਬੈਨੀਫਿਟ ਹੋ ਜਾਂਦਾ ਕਿ ਉਹਨਾਂ ਦੇ ਰਿਸੋਰਸਿਸ, ਉਹਨਾਂ ਦੀ ਟੈਕਨੋਲੋਜੀ, ਉਹਨਾਂ ਦੀ ਮੈਨੇਜਰਲ ਸਕਿੱਲਸ ਮਲਟੀਨੈਸ਼ਨਲ ਕੰਪਨੀਜ਼ ਦੇ ਆਪਾਂ ਯੂਜ਼ ਕਰ ਸਕਦੇ ਹਾਂ। ਉਹਨਾਂ ਦੀ ਕੁਆਲਿਟੀ ਆਫ ਪ੍ਰੋਡਕਟਸ ਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ। ਠੀਕ ਹੈ, ਵਿਦ ਦ ਹੈਲਪ ਆਫ ਕੋਲੈਬੋਰੇਟਸ ਥੀਸ ਐਂਟਰਪ੍ਰਾਈਜ਼ਸ ਆਰ ਏਬਲ ਟੂ ਐਂਟਰ ਈਵਨ ਦ ਫੋਰਨ ਮਾਰਕੀਟਸ। ਇਹਨਾਂ ਨੂੰ ਇੰਨਾ ਬੈਨੀਫਿਟ ਹੋ ਜਾਂਦਾ, ਅਗਰ ਸਪੋਜ਼ ਆਪਣੀ ਕੋਈ ਇੰਡੀਆ ਦੇ ਵਿੱਚ ਮਾਰਕੀਟ ਹੈ ਤਾਂ ਇੰਡੀਆ ਨੂੰ ਇੰਨਾ ਬੈਨੀਫਿਟ ਹੋ ਜਾਂਦਾ ਕਿ ਅਗਰ ਫੋਰਨ ਦੇ ਵਿੱਚ ਵੀ ਆਪਾਂ ਨੇ ਕੋਈ ਬਿਜ਼ਨਸ ਸਟਾਰਟ ਕਰਨਾ ਹੈ, ਆਪਾਂ ਕਰ ਸਕਦੇ ਹਾਂ। ਦ ਫੋਰਨ ਐਕਸਚੇਂਜ ਪ੍ਰੋਬਲਮਸ ਆਰ ਆਲਸੋ ਸੋਲਵ ਵਿਦ ਦ ਹੈਲਪ ਆਫ ਮਲਟੀਨੈਸ਼ਨਲਸ। ਫੋਰਨ ਐਕਸਚੇਂਜ ਦੀਆਂ ਪ੍ਰੋਬਲਮਸ ਆਲਸੋ ਸੋਲਵ ਹੋ ਜਾਂਦੀਆਂ ਨੇ। ਫੋਰਨ ਐਕਸਚੇਂਜ ਮਤਲਬ ਆਪਾਂ ਨੇ ਪੈਸੇ ਨੂੰ ਡਾਲਰਸ ਵਿੱਚ ਚੇਂਜ ਕਰਵਾਉਣਾ ਹੈ ਨਾ, ਉਹ ਵੀ ਹੈਲਪ ਹੁੰਦਾ ਹੈ। ਦ ਡੋਮੈਸਟਿਕ ਇੰਡਸਟਰੀਜ਼ ਐਕਸਪੈਂਡ ਦੇਅਰ ਐਕਟੀਵਿਟੀਜ਼ ਐਂਡ ਪ੍ਰੋਫਿਟੇਬਿਲਿਟੀ ਆਲਸੋ ਇੰਪਰੂਵਸ ਦ ਕੋਆਪਰੇਸ਼ਨ ਆਫ ਮਲਟੀਨੈਸ਼ਨਲ domestic industries are able to improve their overall performance. Low cost of production. The cost of production is linked with the number of factors including scale of operations. ਕਿਵੇਂ ਕਿਵੇਂ ਤੁਸੀਂ ਪ੍ਰੋਡਕਸ਼ਨ ਪ੍ਰੋਸੈਸ ਨੂੰ ਇੰਪਰੂਵ ਕਰ ਰਹੇ ਹੋ, ਕਿਵੇਂ ਕਿਵੇਂ ਉਸ ਦੀ ਪ੍ਰੋਸੈਸਿੰਗ ਕਰ ਰਹੇ ਹੋ, ਸਭ ਉਸ 'ਤੇ ਹੀ ਕੋਸਟ ਆਫ ਪ੍ਰੋਡਕਸ਼ਨ ਆਪਣੀ ਜੁੜੀ ਹੁੰਦੀ ਹੈ। ਮਲਟੀਨੈਸ਼ਨਲ ਰਨ ਯੂਨਿਟਸ ਔਨ ਅ ਲਾਰਜ ਸਕੇਲ ਐਂਡ ਇਟ ਬ੍ਰਿੰਗਸ ਇਕੋਨਮੀਜ਼ ਇਨ ਲੇਬਰ, ਮਟੀਰੀਅਲ, ਪ੍ਰੋਡਕਸ਼ਨ ਐਕਸੈਟਰਾ। ਮਲਟੀਨੈਸ਼ਨਲ ਕੰਪਨੀਜ਼ ਬਹੁਤ ਬੜੇ ਸਕੇਲ 'ਤੇ ਓਪਰੇਟ ਕਰਦੀਆਂ ਨੇ, ਤਾਂ ਇਹਦੇ ਵਿੱਚ ਬੈਨੀਫਿਟ ਹੁੰਦਾ ਆਪਾਂ ਨੂੰ ਲੇਬਰ, ਮਟੀਰੀਅਲ ਅਤੇ ਪ੍ਰੋਡਕਸ਼ਨ ਐਕਸੈਟਰਾ। ਸਚ ਯੂਨਿਟਸ ਆਰ ਏਬਲ ਟੂ ਕੰਟਰੋਲ ਕੋਸਟ। ਇਹ ਕੋਸਟ ਨੂੰ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਕਰਦੀਆਂ ਨੇ ਐਂਡ ਪ੍ਰੋਡਿਊਸ ਗੁੱਡਸ ਐਟ ਅ ਚੀਪ ਰੇਟ। ਗੁੱਡਸ ਨੂੰ ਚੀਪ ਰੇਟ 'ਤੇ ਪ੍ਰੋਡਿਊਸ ਕਰਦੀਆਂ। ਦ ਲੋਅ ਕੋਸਟ ਆਫ ਪ੍ਰੋਡਕਸ਼ਨ ਹੈਜ਼ ਬੈਨੀਫਿਟਡ ਦ ਐਂਟਰਪ੍ਰਾਈਜ਼ਸ ਐਜ਼ ਵੈਲ ਐਜ਼ ਦ ਕੰਜ਼ਿਊਮਰਸ। ਠੀਕ ਹੈ, ਦ ਸੋਫਿਸਟੀਕੇਟਡ ਪ੍ਰੋਡਕਸ਼ਨ ਟੈਕਨੀਕਸ ਐਂਡ ਇਨੋਵੇਟਿਵ ਮਾਰਕੀਟ ਹੈਵ ਹੈਲਪ ਡਿਵਲਪਿੰਗ ਕੰਟਰੀਜ਼ ਇਨ ਲੋਅਰਿੰਗ ਦ ਕੋਸਟ ਆਫ ਪ੍ਰੋਡਕਸ਼ਨ। ਜਿਹੜੀਆਂ ਆਪਣੇ ਡਿਵਲਪਿੰਗ ਕੰਟਰੀਜ਼ ਹੁੰਦੀਆਂ ਨੇ, ਜਦੋਂ ਆਪਾਂ ਸੋਫਿਸਟੀਕੇਟਡ ਪ੍ਰੋਡਕਸ਼ਨ ਟੈਕਨੀਕ ਯੂਜ਼ ਕਰਦੇ ਹਾਂ, ਇਨੋਵੇਟਿਵ ਮਾਰਕੀਟ ਯੂਜ਼ ਕਰਦੇ ਹਾਂ, ਤਾਂ ਆਪਣੀ ਕੋਸਟ ਆਫ ਪ੍ਰੋਡਕਸ਼ਨ ਆਲਵੇਜ਼ ਘੱਟ ਆਏਗੀ, ਤਾਂ ਜਿਹਦੇ ਨਾਲ ਆਪ ਨੂੰ ਵੀ ਬੈਨੀਫਿਟ ਹੋਏਗਾ ਤਾਂ ਕੰਜ਼ਿਊਮਰਸ ਨੂੰ ਵੀ ਬੈਨੀਫਿਟ ਹੋਏਗਾ। ਕ੍ਰੀਏਟਿੰਗ ਇੰਪਲੋਇਮੈਂਟ ਅਪੋਰਚੁਨਿਟੀਜ਼। ਹੁਣ ਕੁਝ ਆਪਾਂ ਦੇਖੀਏ ਮਲਟੀਨੈਸ਼ਨਲ ਕੰਪਨੀਜ਼ ਬਹੁਤ ਸੋਫਿਸਟੀਕੇਟਡ ਟੈਕਨੋਲੋਜੀਜ਼ ਲੈ ਕੇ ਆਉਂਦੀਆਂ ਨੇ, ਤਾਂ ਆਪਰੇਸ਼ਨ ਇਹਨਾਂ ਦਾ ਇਨਕਰੀਜ਼ ਹੁੰਦਾ ਕਿਉਂਕਿ ਮੋਰ ਅਪੋਰਚੁਨਿਟੀਜ਼ ਮਿਲਦੀਆਂ ਨੇ ਲੋਕਾਂ ਨੂੰ। ਠੀਕ ਹੈ, ਮੋਰ ਐਂਡ ਮੋਰ ਪਰਸਨਸ ਆਰ ਐਨਗੇਜਡ ਇਨ ਹੈਂਡਲਿੰਗ ਦ ਗੁੱਡਸ। ਠੀਕ ਹੈ, ਬਿਸਾਈਡਸ ਡਾਇਰੈਕਟ employment there are indirect employment opportunities also. The entry of multinational helps in creating employment opportunities in developing countries, improving balance of trade. Developing countries suffer from the adverse balance of trade because they import more goods and they export. ਇੰਪੋਰਟ ਗੁੱਡਸ ਉਹ ਜ਼ਿਆਦਾ ਕਰਦੀਆਂ ਨੇ ਐਕਸਪੋਰਟ ਗੁੱਡਸ ਨਾਲੋਂ। ਜਿਵੇਂ ਡਿਵਲਪਿੰਗ ਕੰਟਰੀਜ਼, ਲਾਈਕ ਇੱਕ ਐਗਜ਼ਾਮਪਲ, ਟੇਕ ਐਨ ਐਗਜ਼ਾਮਪਲ ਆਫ ਇੰਡੀਆ। ਆਪਾਂ ਪਹਿਲਾਂ ਕੀ ਕਰਦੇ ਸੀਗੇ, ਹੁਣ ਤਾਂ ਬਹੁਤ ਚੀਜ਼ ਇਹ ਘੱਟ ਚੁੱਕੀ ਹੈ। ਪਹਿਲਾਂ ਆਪਾਂ ਕੀ ਕਰਦੇ ਸੀ ਕਿ ਆਪਾਂ ਬਾਹਰੋਂ ਸਮਾਨ ਜ਼ਿਆਦਾ ਇੰਪੋਰਟ ਕਰਵਾਉਂਦੇ ਸੀ, ਆਪਾਂ ਆਪਣਾ ਮਟੀਰੀਅਲ ਘੱਟ ਐਕਸਪੋਰਟ ਕਰਦੇ ਸੀ। ਤਕਰੀਬਨ ਡਿਵਲਪਿੰਗ ਕੰਟਰੀਜ਼ 'ਚ ਇਹੀ ਹੁੰਦਾ। The imports from these countries are not acceptable due to high prices and low quality of products. ਆਪਾਂ ਇਹਨਾਂ ਤੋਂ ਕਿਉਂ ਨਹੀਂ ਕੰਟਰੀਜ਼ 'ਤੇ ਆਪਾਂ ਇੰਪੋਰਟ ਕਰਵਾ ਪਾਉਂਦੇ, ਕਿਉਂਕਿ ਕਈ ਵਾਰ ਕੀ ਹੁੰਦਾ, ਆਪਣੀ ਹਾਈ ਪ੍ਰਾਈਸਿਸ, ਲੋ ਕੁਆਲਿਟੀ ਹੁੰਦੀ ਆ ਪ੍ਰੋਡਕਟ ਦੀ। ਸਿੰਸ ਮਲਟੀਨੈਸ਼ਨਲਸ ਬ੍ਰਿੰਗ ਸਮ ਟੈਕਨੋਲੋਜੀ ਆਫ ਪ੍ਰੋਡਕਸ਼ਨ, ਜਿਹੜੀਆਂ ਡਿਵਲਪਡ ਕੰਟਰੀਜ਼ ਯੂਜ਼ ਕਰਦੀਆਂ ਨੇ, ਤਾਂ ਪ੍ਰੋਡਕਟ ਕੀ ਹੁੰਦਾ, ਕੰਪੀਟੀਟਿਵ ਬਣ ਜਾਂਦਾ ਇੰਟਰਨੈਸ਼ਨਲ ਮਾਰਕੀਟ। ਦ ਪ੍ਰੋਡਕਟ ਵਿਚ ਵਰ ਅਰਲੀਅਰ ਇੰਪੋਰਟੈਂਟ ਵਿਲ ਨਾਓ ਬੀ ਪ੍ਰੋਡਿਊਸਡ ਇਨ ਦ ਕੰਟਰੀ ਐਂਡ ਔਨ ਦ ਅਦਰ ਹੈਂਡ ਐਕਸਪੋਰਟਸ ਇਨਕਰੀਜ਼ ਡਿਊ ਟੂ ਫੇਵਰੇਬਲ ਪ੍ਰਾਈਸਿਸ ਐਂਡ ਪ੍ਰੋਪਰ ਕੁਆਲਿਟੀ। ਪਹਿਲਾਂ ਆਪਣੀ ਕੀ ਹੁੰਦਾ ਸੀਗਾ, ਹਾਈ ਪ੍ਰਾਈਸਿਸ ਅਤੇ ਘੱਟ ਕੁਆਲਿਟੀ। ਹੁਣ ਜਦੋਂ ਆਪਾਂ ਨੇ ਕੋਲ ਪ੍ਰੋਪਰਲੀ ਤਰੀਕੇ ਨਾਲ ਆਪਾਂ ਟੈਕਨੋਲੋਜੀ ਨੂੰ ਯੂਜ਼ ਕਰ ਲਿਆ, ਤਾਂ ਹੁਣ ਆਪਣੀ ਫੇਵਰੇਬਲ ਪ੍ਰਾਈਸਿਸ 'ਤੇ ਆਪਾਂ ਪ੍ਰੋਪਰ ਕੁਆਲਿਟੀ ਨੂੰ ਆਪਾਂ ਐਕਸਪੋਰਟ ਕਰ ਸਕਦੇ ਹਾਂ, ਕਿਉਂਕਿ ਆਪਣੀ ਮਲਟੀਨੈਸ਼ਨਲ ਕੰਪਨੀਜ਼ ਆਪਣੀ ਜਗ੍ਹਾ ਦੇ ਵਿੱਚ ਆ ਜਾਂਦੀਆਂ ਨੇ। ਤਾਂ ਇਹਦੇ ਵਿੱਚ ਬੈਲੈਂਸ ਆਫ ਟਰੇਡ ਬਣਿਆ ਰਹਿੰਦਾ, ਉਨੀ ਇੰਪੋਰਟ ਉਨੀ ਹੀ ਐਕਸਪੋਰਟ। ਠੀਕ ਹੈ, ਰਿਸਰਚ ਐਂਡ ਡਿਵਲਪਮੈਂਟ ਐਕਟੀਵਿਟੀ। ਡਿਵਲਪਿੰਗ ਕੰਟਰੀਜ਼ ਕਦੇ ਵੀ ਇਨਵੈਸਟਮੈਂਟ ਨਹੀਂ ਕਰਦੀਆਂ ਰਿਸਰਚ ਅਤੇ ਡਿਵਲਪਮੈਂਟ ਏਰੀਆਜ਼ ਦੇ, ਕਿਉਂਕਿ ਹਿਊਜ ਇਨਵੈਸਟਮੈਂਟ ਦੀ ਜ਼ਰੂਰਤ ਹੁੰਦੀ ਹੈ। ਮਲਟੀਨੈਸ਼ਨਲ ਇੰਟਰਨੈਸ਼ਨਲ ਮਾਰਕੀਟਸ ਲੈ ਕੇ ਆਉਂਦੀਆਂ ਨੇ। ਠੀਕ ਹੈ, ਓਨਲੀ ਇਫ ਦੇ ਸਪੈਂਡ ਸਮ ਆਫ ਦੇਅਰ ਰਿਸੋਰਸਿਸ ਇਨ ਥੀਜ਼ ਐਕਟੀਵਿਟੀਜ਼, even though these companies would like to confine most of their research activities to the country of their origin, but still business partners are benefited directly as well as indirectly.
ਠੀਕ ਹੈ। ਇਹ ਕੰਟਰੀਜ਼ ਕੀ ਹੁੰਦੀਆਂ ਨੇ ਜ਼ਿਆਦਾਤਰ ਆਪਣੇ ਹੀ, ਜਿਵੇਂ ਹੁਣ ਸਪੋਜ਼ ਆਪਣੀ USA ਦੀ ਕੰਪਨੀ ਇੰਡੀਆ ਦੇ ਵਿੱਚ ਹੈ ਤਾਂ ਰਿਸਰਚ USA ਦੇ ਵਿੱਚ ਹੀ ਕਰਨਾ ਪਸੰਦ ਕਰਦੀਆਂ ਨੇ, ਬਟ ਇੰਡੀਆ ਦੇ ਵਿੱਚ ਆ ਕੇ ਇਹਨਾਂ ਦੇ ਬਿਜ਼ਨਸ ਪਾਰਟਨਰਸ ਨੂੰ ਡਾਇਰੈਕਟਲੀ ਕਹਿ ਲਓ ਜਾਂ ਇਨਡਾਇਰੈਕਟਲੀ ਲੈ ਲਓ ਬੈਨੀਫਿਟ ਹੁੰਦਾ ਹੀ ਹੁੰਦਾ ਹੈ। ਥੀਸ ਕੰਪਨੀ ਸਪੈਂਡ ਸਮ ਪਾਰਟਸ ਆਫ ਦ ਰਿਸਰਚ ਬਜਟ ਇਨ ਡਿਵਲਪਿੰਗ ਕੰਟਰੀਜ਼, ਕੁਝ ਪਾਰਟ ਇਹ ਆਪਣਾ ਡਿਵਲਪਿੰਗ ਕੰਟਰੀਜ਼ ਦੇ ਵਿੱਚ ਵੀ ਰਿਸਰਚ ਕਰਦੀਆਂ ਨੇ। ਸੈਕੰਡਲੀ ਦ ਨਿਊ ਇੰਪਰੂਵਮੈਂਟਸ ਇਨ ਦ ਮੈਥਡਸ ਆਫ ਵਰਕ ਵਿਲ ਹੈਲਪ ਹੋਸਟ ਕੰਟਰੀ ਆਲਸੋ, ਦੋਨਾਂ ਦੀ ਕੰਟਰੀਜ਼ ਨੂੰ ਹੀ ਬੈਨੀਫਿਟ ਹੁੰਦਾ ਹੈ। ਡੀਮੈਰਿਟਸ ਤੇ ਡਿਸਐਡਵਾਂਟੇजेस ਕੀ ਨੇ ਮਲਟੀਨੈਸ਼ਨਲ ਕੰਪਨੀਜ਼ ਦੀਆਂ? ਹਾਰਮਫੁਲ ਫॉर ਪ੍ਰੋਡਿਊਸਰਸ, ਦ ਐਂਟਰੀ ਆਫ ਮਲਟੀਨੈਸ਼ਨਲ ਇਜ਼ ਹਾਰਮਫੁਲ ਟੂ ਪ੍ਰੋਡਿਊਸਰਸ ਆਫ ਹੋਸਟ ਕੰਟਰੀਜ਼। ਹੁਣ ਇੰਡੀਆ ਦੇ ਵਿੱਚ ਅਗਰ ਆਪਣੀ USA ਦੀ ਕੰਪਨੀ ਆ ਰਹੀ ਹੈ ਤਾਂ ਇੰਡੀਆ ਵਾਲਿਆਂ ਨੂੰ ਬਹੁਤ ਨੁਕਸਾਨ ਹੈ। ਥੀਸ ਕਾਰਪੋਰੇਸ਼ਨਸ ਆਰ ਇਨ ਅ ਪੋਜੀਸ਼ਨ ਟੂ ਸੈਲ ਗੁੱਡਸ ਐਟ ਦ ਚੀਪਰ ਰੇਟਸ। ਇਹ ਵਾਲੀਆਂ ਆਰਗੇਨਾਈਜੇਸ਼ਨ ਆਪਣੇ ਗੁੱਡਸ ਨੂੰ ਚੀਪ ਰੇਟਸ 'ਤੇ ਸੈਲ ਕਰਨਗੀਆਂ। ਫੋਰ ਐਨ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਕੋਕਾ ਕੋਲਾ ਦੀ ਐਗਜ਼ਾਮਪਲ ਲੈ ਲੈਂਦੇ ਹਾਂ। इंडिया वाले वो कोका, मतलब वैसे तो चलो इंडिया का ब्रांड नहीं है कोका कोला, इंडिया वाले उस कोका कोला को 10 रुपीज़ च बेच रहे हैं, ये 8 रुपीज़ च बेच रहे हैं, तो लोग इन्ना का ही लेना पसंद करेंगे। ठीक है। द स्मॉल यूनिट्स आर एलिमिनेटेड बिकॉज दे कैन नॉट विदस्टैंड द कंपीटिशन ऑफ बिगर कंपनीज। कुछ ਜਿਹੜੀਆਂ ਸਮॉल ਐਂਟਰਪ੍ਰਾਈਜ਼ਸ ਹੁੰਦੀਆਂ ਨੇ ਉਹ ਮਤਲਬ ਆਪਣੇ ਆਪ ਨੂੰ ਬੰਦ ਕਰ ਲੈਂਦੀਆਂ, ਸ਼ਟਰ ਲਗਾ ਲੈਂਦੀਆਂ ਨੇ, ਕਿਉਂਕਿ ਇਹਨਾਂ ਦੇ ਕੰਪੀਟੀਸ਼ਨ ਨੂੰ ਉਹ ਫੇਸ ਨਹੀਂ ਕਰ ਪਾਉਂਦੀਆਂ। ਮਲਟੀਨੈਸ਼ਨਲ ਟਰਾਈ ਟੂ ਟੇਕ ਓਵਰ ਦ ਬਿਜ਼ਨਸ ਆਫ ਕੰਪੀਟੀਟਰਸ ਟੂ। ਇਹਨਾਂ ਦੇ ਜੋ ਵੀ ਕੰਪੀਟੀਟਰਸ ਹੋਏਗਾ, ਸਪੋਜ਼ ਇਹ ਕੰਪੀਟੀਟਰ, ਇਹਨਾਂ ਦਾ ਬਿਜ਼ਨਸ ਲੈਣ ਦੀ ਵੀ ਉਹ ਪੂਰੀ ਕੋਸ਼ਿਸ਼ ਕਰਦੀ ਹੈ। In India, Coca-Cola company has taken over Parle Group companies producing Limca, Thumbs Up, etc. ਸ਼ਾਇਦ ਮੈਂ ਤੁਹਾਨੂੰ ਸਟੋਰੀ ਪਹਿਲਾਂ ਦੱਸੀ ਹੋਈ ਹੈ। ਇੰਡੀਆ ਦੇ ਵਿੱਚ ਕੀ ਹੋਇਆ ਸੀ, ਕੋਕਾ ਕੋਲਾ ਕੰਪਨੀ ਨੇ ਪਾਰਲੇ ਕੰਪਨੀ ਨੂੰ ਟੇਕ ਓਵਰ ਕਰ ਲਿਆ ਸੀ। ਪਾਰਲੇ ਕੰਪਨੀ ਪਹਿਲਾਂ ਕੀ ਬਣਾਉਂਦੀ ਸੀ, ਲਿਮਕਾ, ਥਮਸ ਅਪ, ਠੀਕ ਹੈ। ਸਿਮਿਲਰਲੀ Gillette has taken over Maharashtra's companies manufacturing blades. Gillette ਕਿਹਨੇ ਟੇਕ ਓਵਰ ਕਰ ਲਿਆ ਸੀ, ਮੈਰੋਟਰਾਸ ਕੰਪਨੀ ਨੇ, ਜਿਹੜੇ ਮੈਨੂਫੈਕਚਰ ਕਰਦੇ ਸੀ ਬਲੇਡਸ। ਦ ਕੰਪਨੀਜ਼ ਆਫਰ ਫੈਬੂਲਸ ਪ੍ਰਾਈਸਿਸ ਐਂਡ ਲੂਅਰ ਕੰਪੀਟੀਟਰਸ ਟੂ ਸੈਲ ਦੇਅਰ ਯੂਨਿਟਸ। ਠੀਕ ਹੈ। ਵਨਸ ਦੇ ਐਲੀਮੀਨੇਟ ਕੰਪੀਟੀਟਰਸ ਦੇ ਆਰ ਇਨ ਅ ਪੋਜੀਸ਼ਨ ਟੂ, ਜਦੋਂ ਇਹਨਾਂ ਨੇ ਆਪਣੇ ਕੰਪੀਟੀਟਰਸ ਨੂੰ ਐਲੀਮੀਨੇਟ ਕਰ ਲਿਆ ਤਾਂ ਇਹਨਾਂ ਦੀ ਮੋਨੋਪਲੀ ਹੋ ਜਾਂਦੀ ਹੈ। ਕਿਸ ਤਰ੍ਹਾਂ ਆਪਣੇ ਮਾਰਕੀਟਸ ਨੂੰ ਐਕਸਪਲੋਇਟ ਕਰਦੇ ਨੇ ਆਪਣੇ ਐਡਵਾਂਟੇਜਸ ਲਈ, ਠੀਕ ਹੈ। ਹਾਈ ਰੇਟਸ 'ਤੇ ਵੇਚਦੇ ਨੇ, ਲੋ ਕੁਆਲਿਟੀ ਦੇ ਵਿੱਚ ਵੇਚਦੇ ਆ। ਸੋ ਮਲਟੀਨੈਸ਼ਨਲ ਆਰ ਅਗੇਂਸਟ ਦ ਇੰਟਰਸਟ ਆਫ ਪ੍ਰੋਡਿਊਸਰ ਇਨ ਡਿਵਲਪਿੰਗ ਕੰਟਰੀ। ਜੋ ਡਿਵਲਪਿੰਗ ਕੰਟਰੀਜ਼ ਦੇ ਪ੍ਰੋਡਿਊਸਰਸ ਹੁੰਦੇ ਨੇ ਉਹਨਾਂ ਲਈ ਇਹ ਬਹੁਤ ਨੁਕਸਾਨਦਾਇਕ ਹੁੰਦੀ ਹੈ। ਹਾਰਮਫੁਲ ਟੂ ਕੰਜ਼ਿਊਮਰਸ, ਦ ਕੰਜ਼ਿਊਮਰ ਸਫਰਸ ਐਟ ਦ ਹੈਂਡਸ ਆਫ ਮਲਟੀਨੈਸ਼ਨਲਸ। ਕੰਜ਼ਿਊਮਰਸ ਆਪਣੇ ਬਾਹਰਲੇ ਲੋਕਾਂ ਦੇ ਹੱਥਾਂ ਦੇ ਵਿੱਚ ਆ ਜਾਂਦਾ। ਥੀਸ ਕੰਪਨੀਜ਼ ਟਰਾਈ ਟੂ ਕ੍ਰੀਏਟ ਮੋਨੋਪੋਲੀ ਸਿਚੁਏਸ਼ਨ ਬਾਈ ਐਲੀਮੀਨੇਟਿੰਗ ਅਦਰ ਪ੍ਰੋਡਿਊਸਰਸ ਇਨ ਦ ਮਾਰਕੀਟ, ਜੋ ਆਪਾਂ ਪਹਿਲਾਂ ਪੈਰੇ ਵਿੱਚ ਪੜ੍ਹਿਆ। ਔਨ ਦੀ ਬੇਸਿਸ ਆਫ ਫਾਈਨੈਂਸ਼ੀਅਲ ਸਟਰੈਂਥ, ਐਕਸੈਸਿਵ ਐਡਵਰਟੀਜ਼ਿੰਗ, ਇਹਨਾਂ ਕੋਲ ਬਹੁਤ ਪੈਸਾ ਹੁੰਦਾ ਹੈ, ਬਹੁਤ ਐਡਵਰਟਾਈਜ਼ ਕਰਦੇ ਹੈ। ਐਗਰੈਸਿਵ ਮਾਰਕੀਟਿੰਗ, ਥੀਸ ਕੰਪਨੀਜ਼ ਅਟਰੈਕਟ ਕੰਜ਼ਿਊਮਰ ਟੂਵਰਡ ਦੇਅਰ ਪ੍ਰੋਡਕਟਸ। ਬਹੁਤ ਜ਼ਿਆਦਾ ਮਾਰਕੀਟਿੰਗ ਕਰਦੇ ਨੇ ਤਾਂ ਕੰਜ਼ਿਊਮਰ ਨੂੰ ਇਹ ਆਟੋਮੈਟਿਕਲੀ ਆਪਣੇ ਪ੍ਰੋਡਕਟ ਵੱਲ ਅਟਰੈਕਟ ਕਰ ਲੈਂਦੇ ਨੇ। ਵਨਸ ਦਾ ਕੰਪੀਟੀਟਰਸ ਆਰ ਐਲੀਮੀਨੇਟਿਡ, ਕੰਪੀਟੀਟਰਸ ਐਲੀਮੀਨੇਟ ਹੋ ਗਏ, ਜਿੱਦਾਂ ਪਾਰਲੇ ਐਲੀਮੀਨੇਟ ਹੋਇਆ ਕੋਕਾ ਕੋਲਾ ਵਾਲਿਆਂ ਨੇ ਕੀਤਾ। ਦੈਨ ਮਲਟੀਨੈਸ਼ਨਲ ਸਟਾਰਟ ਐਕਸਪਲੋਇਟਿੰਗ ਕੰਜ਼ਿਊਮਰ ਬਾਏ, ਦੇਖੋ ਉਹੀ ਗੱਲ, ਰੇਜ਼ਿੰਗ ਪ੍ਰਾਈਸ, ਲੋਅਰਿੰਗ ਦ ਕੁਆਲਿਟੀ ਆਫ ਪ੍ਰੋਡਕਟ। ਦ ਏਮ ਆਫ ਥੀਸ ਕੰਪਨੀਜ਼ ਇਜ਼ ਟੂ ਇਨਕਰੀਜ਼ ਪ੍ਰੋਫਿਟ। ਫਿਰ ਇਹਨਾਂ ਦਾ ਏਮ ਬਣ ਜਾਂਦਾ ਕਿ ਸਾਡੇ ਪ੍ਰੋਫਿਟ ਇਨਕਰੀਜ਼ ਕਰਨਾ, ਕਿਵੇਂ ਵੀ ਅਚੀਵ ਕਰਨਾ, ਕਿਸੇ ਵੀ ਮੈਥਡ ਨਾਲ। ਮਲਟੀਨੈਸ਼ਨਲ ਐਂਟਰ ਇਨ ਦੋਜ਼ ਪ੍ਰੋਡਕਟਸ ਵੇਅਰ ਸਕੋਪ ਆਫ ਪ੍ਰੋਫਿਟਸ ਇਜ਼ ਮੋਰ। ਉੱਥੇ ਹੀ ਐਂਟਰ ਕਰਦੇ ਨੇ ਜਿੱਥੇ ਸਕੋਪ ਇਹਨਾਂ ਦਾ ਪ੍ਰੋਫਿਟਸ ਦਾ ਜ਼ਿਆਦਾ ਹੁੰਦਾ। ਦੇ ਪ੍ਰੋਡਿਊਸ ਗੁੱਡਸ ਫॉर ਹਾਇਰ ਇਨਕਮ ਗਰੁੱਪ ਪੀਪਲ ਬਿਕੋਜ਼ ਮਾਰਜਿਨ ਆਫ ਪ੍ਰੋਫਿਟ ਇਜ਼ ਮੋਰ ਇਨ ਥੀਸ ਪ੍ਰੋਡਕਟਸ। ਜਿਹੜੇ ਗਰੁੱਪ ਹਾਇਰ ਇਨਕਮ ਗਰੁੱਪ ਪੀਪਲ ਹੁੰਦੇ ਨੇ, ਜਿਹੜੇ ਹਾਈ ਲੈਵਲ ਆਫ ਸੋਸਾਇਟੀਜ਼ ਦੇ ਵਿੱਚ ਲਿਵ ਕਰਦੇ ਨੇ, ਉਹਨਾਂ ਲਈ ਇਹ ਜ਼ਿਆਦਾ ਪ੍ਰੋਡਕਟ ਬਣਾਉਣਾ ਪਸੰਦ ਕਰਦੇ ਨੇ, ਕਿਉਂਕਿ ਟੈਕਨੋਲੋਜੀ ਇਹਨਾਂ ਨੇ ਬਹੁਤ ਅਪਡੇਟਡ ਰੱਖੀ ਹੁੰਦੀ ਹੈ। These companies do not have the interest of consumers in mind but are worried to increase their profits. ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕੰਜ਼ਿਊਮਰ ਦਾ ਇੰਟਰਸਟ ਕਿਸ ਚੀਜ਼ 'ਚ ਹੈ, ਬਟ ਨਹੀਂ, ਇਹਨਾਂ ਨੂੰ ਸਿਰਫ ਇਹ ਮਤਲਬ ਹੁੰਦਾ ਕਿ ਐਨੀ ਹਾਊ ਵੀ ਹੈਵ ਟੂ ਮੇਕ ਅ ਪ੍ਰੋਫਿਟ। ਦੇ ਯੂਜ਼ ਆਲ ਸਚ ਮੇਜਰਸ ਵਿਚ ਹੈਲਪ them to increase their profitability. ਠੀਕ ਹੈ। ਨੈਕਸਟ ਪੁਆਇੰਟ ਹੈ ਬੈਡ ਬਿਜ਼ਨਸ ਐਥਿਕਸ। Multinationals indulge in bad business ethics too. In the beginning, they send manufactured goods from the countries of their origin and market them in host countries by just packing them there. ਪਹਿਲਾਂ ਕੀ ਕਰਦੇ ਸੀਗੇ, ਜਿਵੇਂ ਸਪੋਜ਼ USA ਤੋਂ ਪ੍ਰੋਡਕਟ ਇਹਨਾਂ ਨੇ ਮੰਗਵਾ ਲਏ, ਫਿਰ ਪੈਕਿੰਗ ਇਹਨਾਂ ਨੇ ਕੀਤੀ ਇੰਡੀਆ ਦੇ ਵਿੱਚ, ਫਿਰ ਅੱਗੇ ਸੈਲ ਆਊਟ ਕੀਤਾ। They try to delay the transfer of technology so that their own products are dumped there. ਠੀਕ ਹੈ। ਇਹ ਟਰਾਈ ਡਿਲੇ ਕਰਦੇ ਸੀ ਆਪਣੀ ਟਰਾਂਸਫਰ ਆਫ ਟੈਕਨੋਲੋਜੀ ਤਾਂ ਕਿ ਇਹਨਾਂ ਦੇ ਜਿਹੜੇ ਖੁਦ ਦੇ ਪ੍ਰੋਡਕਟਸ ਨੇ ਡੰਪਡ ਹੋ ਜਾਣ।
खराब हो जाए. These companies also try to manipulate the laws of the land to suit their objectives. Next की है currency manipulations. Multinational try to use their foreign currency reserves in such a way that they increase their profits. ਜ਼ਿਆਦਾ ਆਪਣੇ ਫੋਰਨ ਕਰੰਸੀ ਰਿਜ਼ਰਵ ਬਣਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਵੇਂ ਡਾਲਰ ਦੇ ਵਿੱਚ ਪੈਸਾ ਰੱਖਣ ਦੀ ਕੋਸ਼ਿਸ਼ ਕਰਦੇ ਸੀ ਤਾਂ ਕਿ ਇਹਨਾਂ ਦਾ ਪ੍ਰੋਫਿਟ ਇਨਕਰੀਜ਼ ਹੋ ਸਕੇ. These companies being international try to build reserves in the countries with strong currencies and raise loans where currencies are weak. ਠੀਕ ਹੈ, ਜਿੱਥੇ ਸਟਰੋਂਗ ਕਰੰਸੀ ਸੀ ਉੱਥੇ ਤਾਂ ਆਪਣੀ ਰਿਜ਼ਰਵ ਰੇਸ਼ੋ ਬਣਾਉਂਦੇ ਸੀ, ਜਿੱਥੇ ਕਰੰਸੀਜ਼ ਦੀ ਵੈਲਿਊ ਵੀਕ ਸੀਗੀ ਉੱਥੇ ਲੋਨ ਲੈਂਦੇ ਸੀ. ਇੰਸਟੈਡ ਆਫ ਹੈਲਪਿੰਗ host countries in solving their currency problems, these companies rather accentuate this problem by accumulating large ਜਿੱਥੇ ਜਿੰਨਾ ਹੋਸਟ ਕੰਟਰੀ ਜਿੱਥੇ ਕੰਮ ਕਰ ਰਹੇ ਉਹਨਾਂ ਨੂੰ ਬੈਨੀਫਿਟ ਦੇਣ ਤੋਂ ਇਲਾਵਾ ਇਹ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣਾ ਪੈਸਾ ਦੇਣ ਦੀ ਕੋਸ਼ਿਸ਼ ਕਰਦੀ ਸੀ ਕਿ ਇਹਨਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਕਰਜ਼ਾ ਚੜ੍ਹੇ. ਪੋਲੀਟੀਕਲ ਡੋਮੀਨੈਂਸ ਮਲਟੀਨੈਸ਼ਨਲ ਕੰਸਨਟਰੇਟ ਇਕਨੋਮਿਕ ਪਾਵਰ ਇਨ ਦੇਅਰ ਹੈਂਡਸ. ਇਕਨੋਮਿਕ ਪਾਵਰ ਆਪਣੇ ਹੱਥ ਦੇ ਵਿੱਚ ਲੈ ਆਉਂਦੀ ਹੈ. ਥਰੂ ਦਿਸ ਪਾਵਰ ਦੇ ਟਰਾਈ ਟੂ ਡੋਮੀਨੇਟ ਦ ਪੋਲੀਟੀਕਲ ਡਿਸੀਜ਼ਨ ਆਫ ਹੋਸਟ ਕੰਟਰੀ. ਸਪੋਜ਼ ਇੰਡੀਆ ਦੇ ਵਿੱਚ ਕੁਝ ਪੋਲੀਟੀਕਲ ਡਿਸੀਜ਼ਨਸ ਨੇ, ਇਹ ਉਹਨਾਂ ਨੂੰ ਵੀ डोमिनेट कंट्रोल करना स्टार्ट कर दी है. द कंट्रीज विच आर डिपेंडेंट फॉर इकोनॉमिक हेल्प और बिग कंट्रीज कैन नॉट टेक पॉलिटिकल डिसीजन विदाउट द विशेज ऑफ देयर मास्टर्स. द कंट्रीज विच आर डिपेंडेंट फॉर इकोनॉमिक हेल्प, ਜਿਹੜੀਆਂ ਕੰਟਰੀਜ਼ ਇੱਕ ਦੂਜੇ ਦੇ ਪੈਸੇ ਦੇ ਭਰੋਸੇ ਚੱਲ ਰਹੀਆਂ ਨੇ ਔਨ ਬਿਗ ਕੰਟਰੀਜ਼, ਉਹ ਖੁਦ ਦੇ ਡਿਸੀਜ਼ਨਸ ਨਹੀਂ ਲੈ ਸਕਦੇ ਮਾਸਟਰਸ ਦੀ ਪਰਮਿਸ਼ਨ ਤੋਂ ਬਿਨਾਂ. ਸਪੋਜ਼ ਜਿੱਦਾਂ ਫॉर ਐਨ ਐਗਜ਼ਾਮਪਲ ਅਗਰ ਆਪਾਂ ਲਈਏ ਇੰਡੀਆ, ਜਿਹੜੀਆਂ ਕੰਟਰੀਜ਼ ਤੋਂ ਡਿਪੈਂਡ ਹੁੰਦੇ ਨੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਇਕਨੋਮਿਕ ਡਿਸੀਜ਼ਨਸ ਨਹੀਂ ਲੈ ਸਕਦੇ. ਈਸਟ ਇੰਡੀਆ ਕੰਪਨੀ ਐਂਟਰਡ ਇੰਡੀਆ ਐਜ਼ ਅ ਟ੍ਰੇਡਿੰਗ ਕੰਪਨੀ ਐਂਡ ਦੈਨ ਰੂਲਡ ਦਿਸ ਕੰਟਰੀ ਫॉर centuries. Such tactics are tried even at a present. ਈਸਟ ਇੰਡੀਆ ਕੰਪਨੀ ਨੇ ਆਪਣੇ ਆਪ, ਇਹ ਤਾਂ ਹਿਸਟਰੀ ਹੈ ਆਪਣੀ, ਇੰਡੀਆ ਦੇ ਵਿੱਚ ਐਂਟਰ ਕੀਤਾ ਸੀ ਆਪਣਾ ਟ੍ਰੇਡ ਕਰਨ ਲਈ, ਬਟ ਆਪਾਂ ਨੂੰ ਬਹੁਤ ਸੈਂਚਰੀਜ਼ ਤੱਕ, ਕਿੰਨੀਆਂ ਹੀ ਸੈਂਚਰੀਜ਼ ਆਪਾਂ ਨੂੰ ਰੂਲ ਕੀਤਾ. ਇਹ ਅੱਜ ਵੀ ਇਹ ਚੀਜ਼ ਚੱਲ ਰਹੀ ਹੈ. ਠੀਕ ਹੈ, ਮਤਲਬ ਕੀ ਚੀਜ਼ ਹੋ ਗਈ, ਮਲਟੀਨੈਸ਼ਨਲ ਕੰਪਨੀਜ਼ ਆਪਣੀ ਕੰਟਰੀ ਦੇ ਵਿੱਚ ਟ੍ਰੇਡ ਕਰਨ ਆਉਂਦੀਆਂ ਨੇ ਅਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਰੂਲ ਕਰਨ ਲੱਗ ਜਾਂਦੀਆਂ ਨੇ, ਕੰਟਰੀ ਨੂੰ ਆਪਣੇ ਅਕੋਰਡਿੰਗ ਚਲਾਉਣ ਦੀ ਕੋਸ਼ਿਸ਼ ਕਰਦੀਆਂ. Disregard at national priorities. MNCs pursue their own objectives and have no regard for priorities of the host country. ਕੋਈ ਧਿਆਨ ਨਹੀਂ ਦਿੰਦੇ ਕਿ ਹੋਸਟ ਕੰਟਰੀ ਨੂੰ ਇਹ ਚੀਜ਼ ਅੱਛੀ ਲੱਗੇਗੀ ਨਹੀਂ ਲੱਗੇਗੀ, ਉਹਨਾਂ ਦੇ ਨੋਰਮਸ ਠੀਕ ਨੇ ਨਹੀਂ. MNCs ਆਪਣੇ ਖੁਦ ਦੇ objectives ਬਣਾਉਂਦੀ ਹੈ. Every country has national priorities and their implementation is essential for the national development. ਸਭ ਕੰਟਰੀ ਦੀ ਆਪਣੀਆਂ ਕੁਝ ਪ੍ਰਾਇੋਰਟੀਜ਼ ਹੁੰਦੀਆਂ ਐਂਡ ਦੇਅਰ ਇੰਪਲੀਮੈਂਟੇਸ਼ਨ ਇਜ਼ ਅਸੈਂਸ਼ੀਅਲ ਫॉर ਦਾ ਨੈਸ਼ਨਲ ਡਿਵੈਲਪਮੈਂਟ. ਉਹਨਾਂ ਦੀ ਇੰਪਲੀਮੈਂਟੇਸ਼ਨ ਜ਼ਰੂਰੀ ਹੁੰਦੀ ਹੈ ਕਿ ਆਪਣੀ ਕੰਟਰੀ ਦੀ ਨੈਸ਼ਨਲ ਡਿਵੈਲਪਮੈਂਟ ਹੋ ਸਕੇ. The developing countries need more employment facilities, use of scarce resource properly, development of backward area, etc. MNCs do not bother about ਕਿੰਨੀਆਂ ਹੀ ਪੋਲਿਸੀਜ਼ ਹੁੰਦੀਆਂ ਨੇ ਕਿ ਆਪਾਂ ਆਪਣੀ ਇੰਪਲੋਇਮੈਂਟ ਫੈਸਿਲਿਟੀਜ਼ ਨੂੰ ਇੰਪਰੂਵ ਕਰਨਾ ਹੈ, ਜਿੰਨੀਆਂ ਵੀ ਸਕਾਰਸ ਰਿਸੋਰਸਿਸ ਹੈ ਉਹਨਾਂ ਨੂੰ ਪ੍ਰੋਪਰਲੀ ਤਰੀਕੇ ਨਾਲ ਯੂਜ਼ ਕਰਨਾ ਹੈ, ਬੈਕਵਰਡ ਏਰੀਆ ਨੂੰ ਡਿਵੈਲਪ ਕਰਨਾ ਹੈ. MNCs ਕਿਸੇ ਵੀ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੀ ਵਿਚ ਫਰਦਰ ਦੇਅਰ ਇਕਨੋਮਿਕ ਇੰਟਰਸਟ, ਉਹ ਸਿਰਫ ਆਪਣੇ ਇਕਨੋਮਿਕ ਇੰਟਰਸਟ ਲਈ ਧਿਆਨ ਦਿੰਦੀ ਹੈ. Creating monopoly. Multinationals try to operate under monopolistic situations. The smaller and the weaker enterprises cannot market their production. ਸਮੋਲ ਇਹਨਾਂ ਦੀ ਖੁਦ ਦੀ ਮੋਨੋਪਲੀ ਹੋ ਜਾਂਦੀ ਕਿਉਂਕਿ ਕੰਪੀਟੀਟਰ ਨੂੰ ਵੀ ਜ਼ਿਆਦਾ ਆਪਣੇ ਖਰੀਦ ਲੈਂਦੇ ਨੇ ਤਾਂ ਠੀਕ ਹੈ, ਇਹਨਾਂ ਨੇ ਆਪਣੀ ਸਮੋਲ ਪ੍ਰੋਡਿਊਸਰਸ ਨੇ ਤਾਂ ਆਪਣੇ ਵੈਸੇ ਹੀ ਬੰਦ ਕਰ ਦੇਣਾ, ਉਹ ਕਲੋਜ਼ ਕਰ ਦਿੰਦੇ ਨੇ ਜਾਂ ਆਪਣੇ ਆਪ ਨੂੰ ਬਿਗਰ ਕੰਪਨੀਜ਼ ਨੂੰ ਟੇਕ ਓਵਰ ਕਰ ਦਿੰਦੇ ਨੇ. ਵੰਸ ਮੋਨੋਪੋਲਿਸਟਿਕ ਸਿਚੁਏਸ਼ਨ ਇਜ਼ ਕੰਸੀਡਰਡ ਤਾਂ ਉਹ ਮਲਟੀਨੈਸ਼ਨਲ ਕੰਪਨੀਜ਼ ਕੀ ਸਟਾਰਟ ਕਰ ਦਿੰਦੀਆਂ ਨੇ, ਕੰਜ਼ਿਊਮਰਸ ਨੂੰ ਐਕਸਪਲੋਇਟ ਕਰਨਾ ਸਟਾਰਟ ਕਰ ਦਿੰਦੀਆਂ. Promotion of aligned culture. Multinationals try to promote aligned culture in host countries. They try to make the product already produced by them even if these may not be well received. खुद ਦਾ ਹੀ ਪ੍ਰੋਡਕਟ ਪ੍ਰਮੋਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ. ਐਕਸਟੈਂਸਿਵ ਯੂਜ਼ ਆਫ ਐਡਵਰਟਾਈਜ਼ਿੰਗ ਮੀਡੀਆ ਹੈਲਪਸ ਇਨ ਪ੍ਰਮੋਟਿੰਗ ਦ ਕਲਚਰ ਆਫ ਮਲਟੀਨੈਸ਼ਨਲਸ. ਦਾ ਜਿੰਨੇ ਵੀ ਐਡਵਰਟਾਈਜ਼ਿੰਗ ਮੀਡੀਆ ਵੀ ਹੁੰਦਾ ਉਹ ਵੀ ਇਹਨਾਂ ਦੇ ਹੀ ਪ੍ਰੋਡਕਟ ਨੂੰ ਪ੍ਰਮੋਟ ਕਰਦੇ. ਦ ਮਾਰਕੀਟਿੰਗ ਆਫ ਫਾਸਟ ਫੂਡਸ, ਟਵਿੰਡ ਪ੍ਰੋਡਕਟਸ ਆਰ ਦ ਐਗਜ਼ਾਮਪਲਸ ਆਫ ਅਲਾਈਨ ਕਲਚਰ propagated by multinationals. ਉਹਨੇ ਫਾਸਟ ਫੂਡ ਚਾਈਨਾ ਤੋਂ, ਪਾਸਤਾ ਇਟੈਲੀਅਨ, ਨੂਡਲਸ ਚਾਈਨਾ, ਪਾਸਤਾ ਇਟੈਲੀਅਨ, ਪਿੱਜ਼ਾ ਇਟੈਲੀਅਨ, ਟਵਿੰਡ ਪ੍ਰੋਡਕਟਸ ਜੋ ਵੀ ਆਪਾਂ ਕੱਪੜਿਆਂ ਦਾ ਕਲੋਥਿੰਗ ਸਟਾਈਲਸ ਆਪਣਾ ਵੈਸਟਰਨ ਕਲਚਰਸ ਇਹ ਸਾਰਾ ਆਪਾਂ ਕਿੱਥੋਂ ਆਇਆ, ਬਾਹਰੋਂ ਆਇਆ, ਅਤੇ ਵੀ ਆਰ ਨਾਓ ਪ੍ਰਮੋਟਿੰਗ ਦਿਸ ਪ੍ਰੋਡਕਟ ਐਜ਼ continuously. Next, अपना joint venture. When two or more
ਆਮ ਸੋ ਸੌਰੀ, ਅੱਜ ਥੋੜੀ ਪ੍ਰੋਬਲਮ ਹੋਏਗੀ ਮੈਨੂੰ, ਐਕਚੁਅਲੀ ਬਹੁਤ ਜ਼ਿਆਦਾ ਕਫ ਤੇ ਕੋਲਡ ਹੋਇਆ ਹੋਇਆ। when two or more firms join together to undertake some business, ਹੁਣ ਜਿੱਦਾਂ ਦੋ ਕੰਪਨੀਜ਼ ਹੈ, ਦੋ ਕੰਪਨੀਜ਼ ਇਕੱਠੇ ਇੱਕ ਮਤਲਬ ਪ੍ਰੋਡਕਟ ਬਣਾਉਣਾ ਸ਼ੁਰੂ ਕਰਦੇ ਨੇ, ਤਾਂ ਉਸ ਚੀਜ਼ ਨੂੰ ਆਪਾਂ ਜੁਆਇੰਟ ਵੈਂਚਰ ਕਹਿੰਦੇ ਹਾਂ। ਦੈਨ ਪਹਿਲਾਂ ਕੀ ਹੁੰਦਾ ਸੀ, ਹੀਰੋ ਹੋਂਡਾ ਇਹ ਮੇ ਬੀ ਤਾਂ ਇਕੱਠੇ ਸੀਗੇ ਹੈ ਨਾ, ਫਿਰ ਇਹਨਾਂ ਨੇ ਸੈਪਰੇਟ ਕੰਮ ਕਰ ਲਿਆ, ਹੀਰੋ ਆਪਣਾ ਹੋਂਡਾ ਆਪਣਾ। ਵੈਨ ਟੂ ਦ ਫਰਮਸ ਮੇ ਬੀ ਫਰੋਮ ਦ ਸੇਮ ਕੰਟਰੀ ਔਰ ਫਰੋਮ ਦ ਡਿਫਰੈਂਟ ਕੰਟਰੀ, ਦ ਜੁਆਇਨਿੰਗ ਹੈਂਡਸ ਟੂਗੈਦਰ, ਕੈਪੀਟਲ ਟੂਗੈਦਰ, ਮੈਨੇਜਮੈਂਟ ਪਾਰਟੀਸੀਪੇਸ਼ਨ ਟੂਗੈਦਰ, ਸਭ ਕੰਮ ਇਕੱਠੇ। ਹੁਣ ਅਗਰ ਇੱਕ ਕੰਪਨੀ ਦੇ ਰਿਸੋਰਸਿਸ ਕੁਛ ਹੋਰ ਨੇ, ਦੂਸਰੇ ਕੰਪਨੀ ਦੇ ਕੁਛ ਹੋਰ ਨੇ, ਤਾਂ ਉਹ ਰਿਸੋਰਸਿਸ ਜੁਆਇੰਟਲੀ ਕਰਕੇ ਜੁਆਇੰਟ ਵੈਂਚਰ ਖੜਾ ਕਰ ਦਿੰਦੀਆਂ ਨੇ। ਫੋਰ ਐਗਜ਼ਾਮਪਲ ਮਾਰੂਤੀ ਕੰਪਨੀ ਆਫ ਇੰਡੀਆ ਐਂਡ ਸੁਜ਼ੂਕੀ ਕੰਪਨੀ ਆਫ ਜਾਪਾਨ। ਮਾਰੂਤੀ ਇੰਡੀਆ ਦੀ ਕੰਪਨੀ ਸੀ, ਸੁਜ਼ੂਕੀ ਜਾਪਾਨ ਦੀ ਕੰਪਨੀ ਸੀ, ਤਾਂ ਇਹਨਾਂ ਨੇ ਟੂਗੈਦਰ ਬਣਾ ਲਿਆ, ਕੰਮ ਕਰ ਲਿਆ ਇੰਡੀਆ ਦੇ ਵਿੱਚ, ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ। ਠੀਕ ਹੈ, ਤੁੰਗਭਦਰਾ ਇੰਡਸਟਰੀਜ਼ ਲਿਮਿਟਿਡ ਆਫ ਇੰਡੀਆ ਐਂਡ ਯਾਮਾਹਾ ਮੋਟਰ ਕੰਪਨੀ ਜਾਪਾਨ ਦੀ, ਇਹਨਾਂ ਨੇ ਹੱਥ ਜੁਆਇਨ ਕਰ ਲਿਆ, ਕੀ ਬਣਾ ਲਿਆ, ਬਿਰਲਾ ਯਾਮਾਹਾ ਲਿਮਿਟਿਡ। ਟਾਟਾ ਆਇਰਨ ਤੇ ਸਟੀਲ ਕੰਪਨੀ ਜੁਆਇੰਟ ਹੈਂਡਸ with IPCOL, government enterprises, to promote IP Tata Sponge Iron Limited। ਬੈਨੀਫਿਟਸ ਆਫ ਜੁਆਇੰਟ ਵੈਂਚਰ, ਇਨਕਰੀਜ਼ਡ ਰਿਸੋਰਸਿਸ। ਪਹਿਲਾਂ ਇੱਕ ਕੰਪਨੀ ਕੋਲ ਘੱਟ ਰਿਸੋਰਸਿਸ ਹੁੰਦੇ ਨੇ, ਜਦੋਂ ਆਪਣੇ ਕੋਲ ਦੋ ਹੈਂਡ ਹੋ ਜਾਣਗੇ ਤਾਂ ਆਪਣੇ ਕੋਲ ਜ਼ਿਆਦਾ ਰਿਸੋਰਸਿਸ ਹੋ ਜਾਣਗੇ। ਤਾਂ ਠੀਕ ਹੈ, ਜੁਆਇੰਟ ਵੈਂਚਰ ਮੋਰ ਫੰਡਸ ਅਰੇਂਜ ਕਰ ਸਕਦਾ। ਰਿਡਿਊਸਿੰਗ ਕੰਪੀਟੀਸ਼ਨ, ਮਾਰੂਤੀ ਨੇ ਵੀ ਕਾਰ ਬਣਾਉਣੀ ਹੈ, ਸੁਜ਼ੂਕੀ ਨੇ ਵੀ ਕਾਰ ਬਣਾਉਣੀ ਹੈ, ਫਿਰ ਅਗਰ ਇਹ ਦੋਨਾਂ ਨੇ ਕਾਰ ਬਣਾਉਣੀ ਤਾਂ ਕੰਪੀਟੀਸ਼ਨ ਹੋਏਗਾ। ਅਗਰ ਦੋਨੋਂ ਹੈਂਡ ਜੁਆਇਨ ਕਰ ਲੈਣਗੇ ਤਾਂ ਕੰਪੀਟੀਸ਼ਨ ਕੀ ਹੋ ਜਾਏਗਾ, ਰਿਮੂਵ ਹੋ ਜਾਏਗਾ। the resources spent on facing the competition may be used for a productive purpose। ਪਹਿਲਾਂ ਇੱਕ ਦੂਜੇ ਨਾਲ ਕੰਪੀਟੀਸ਼ਨ ਤੇ ਆਪਾਂ ਕਦੇ ਪ੍ਰਮੋਸ਼ਨ ਕੋਸਟ ਕਰਨੀ, ਕਦੇ ਕੁਝ ਕਰਨਾ, ਮਾਰਕੀਟਿੰਗ ਲਾਂਚ ਕਰਨੀ ਹੈ, ਤੇ ਕੋਸਟ ਤਾਂ ਇਨਵੋਲਵ ਹੁੰਦੀ ਹੈ। ਫਿਰ ਕਿਤੇ ਆਪਾਂ ਇਹਨਾਂ ਨੂੰ ਪ੍ਰੋਡਕਟਿਵ ਯੂਜ਼ 'ਤੇ ਲਗਾਵਾਂਗੇ ਤਾਂ ਕਿ ਆਪਾਂ ਇਹ ਵਾਲੇ ਪੈਸੇ ਨੂੰ ਪ੍ਰੋਪਰਲੀ ਤਰੀਕੇ ਨਾਲ ਯੂਟੀਲਾਈਜ਼ ਕਰੀਏ ਕਿ ਆਪਾਂ ਨੂੰ ਪੈਸਾ ਜ਼ਿਆਦਾ ਬਣੇ। ਰਿਡਿਊਸਿੰਗ ਰਿਸਕ, there may be high risk in a new and innovative venture, the coming together of the firm will reduce the risk effect। ਠੀਕ ਹੈ, ਪ੍ਰੋਡਕਸ਼ਨ ਫॉर ਸਮਾਲ ਫਰਮਸ, ਜਿਹੜੇ ਸਮਾਲ ਫਰਮਸ ਹੁੰਦੀਆਂ ਨੇ ਉਹ ਇੰਨਾ ਪੋਜੀਸ਼ਨ ਨਹੀਂ ਹੁੰਦੀ ਕਿ ਕੰਪੀਟੀਸ਼ਨ ਫੇਸ ਕਰ ਸਕਣ। ਜਦ ਸਮਾਲ ਫਰਮਸ ਅਨਦਰ ਫਰਮ ਨਾਲ ਜੁਆਇਨ ਕਰ ਲੈਂਦੀਆਂ ਨੇ ਤਾਂ ਉਹ ਅੱਛੇ ਤਰੀਕੇ ਨਾਲ ਇੱਕ ਦੂਜੇ ਨਾਲ ਬੈਟਰ ਵੇ ਨਾਲ ਕਨੈਕਟ ਕਰ ਸਕਦੀਆਂ ਨੇ, ਤਾਂ ਪ੍ਰੋਟੈਕਸ਼ਨ ਹੁੰਦੀ ਹੈ ਸਮਾਲਰ ਫਰਮਸ ਦੀ। ਬੈਟਰ ਟੈਕਨੋਲੋਜੀ, ਜਦ ਫੋਰਨ ਕੰਪਨੀਜ਼ ਜਿਵੇਂ ਹੁਣ ਇੰਡੀਆ ਦੇ ਨਾਲ ਜੁਆਇਨ ਕਰ ਲੈਂਦੀਆਂ ਤਾਂ ਐਡਵਾਂਸ ਟੈਕਨੋਲੋਜੀਜ਼ ਲੈ ਕੇ ਆਉਂਦੀਆਂ ਨੇ, ਇਹ ਕੰਪਨੀਜ਼ ਨੂੰ ਦਿੰਦੀਆਂ ਨੇ। reduction in cost, when firms join together then they can increase their scale of operation। ਬਹੁਤ ਜ਼ਿਆਦਾ ਪੈਸੇ ਮਤਲਬ ਪ੍ਰੋਡਕਟਸ ਬਣਾਉਣ ਲੱਗ ਜਾਂਦੀ ਹੈ ਤਾਂ ਇਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਘੱਟ ਆਉਂਦੀ ਹੈ। ਠੀਕ ਹੈ, ਤਾਂ ਇਹਨਾਂ ਨੂੰ ਬੈਨੀਫਿਟ ਹੁੰਦਾ ਹੈ। ਡਰੋਬੈਕਸ ਕੀ ਨੇ, problem in contributing capital, when two companies join together for a business then they will try to have a bigger share in shareholders holding। suppose 100 ਹੈ ਤਾਂ ਅਗਰ ਜਾਪਾਨ ਦੀ ਕੰਪਨੀਜ਼ ਆਪੇ ਉਹ ਕਹੇਗੀ ਮੇਰਾ 51 ਹੋਵੇ, 50 ਉਹਦਾ ਹੋਵੇ, ਐਵੇਂ ਪ੍ਰੋਬਲਮ ਹੁੰਦੀ ਹੈ। ਤਾਂ ਕੰਪਨੀ ਹੈਵਿੰਗ ਮੋਰ ਸ਼ੇਅਰਸ ਵਿਲ ਹੈਵ ਬੈਟਰ ਕੰਟਰੋਲ ਓਵਰ ਦ ਵਰਕਿੰਗ ਆਫ ਦ ਬਿਜ਼ਨਸ। ਅਗਰ ਜਿਸ ਕੰਪਨੀ ਦੇ ਜ਼ਿਆਦਾ ਸ਼ੇਅਰ ਅਗਰ 51 ਹੋਏ ਇਨ ਜਾਪਾਨ ਦੇ, ਤਾਂ ਉਹਦਾ ਜਾਪਾਨ ਦਾ ਜ਼ਿਆਦਾ ਕੰਟਰੋਲ ਹੋਏਗਾ ਇੰਡੀਆ ਤੋਂ। both the companies will try to control business by going for more share capital। ਕੌਨਫਲਿਕਟਸ, ਕਈ ਵਾਰ ਕੌਨਫਲਿਕਟਸ ਵੀ ਆ ਜਾਂਦੇ ਕਿਉਂਕਿ ਪਾਰਟੀਜ਼ ਆਪਣਾ ਜੁਆਇਨ ਕਰ ਰਹੀਆਂ ਨੇ ਹੈਂਡਸ, ਤਾਂ ਉਹਨਾਂ ਦੀ ਕਲਚਰ ਡਿਫਰੈਂਸ, ਇੰਡੀਆ ਦਾ ਕਲਚਰ ਕੀ ਹੈ, ਜਾਪਾਨ ਦਾ ਕਲਚਰ ਕੀ ਹੈ। ਪਰ ਠੀਕ ਹੈ, ਆਲ ਦੋ ਇਹ ਕੰਪਨੀਜ਼ ਬਹੁਤ ਅੱਛੇ ਤਰੀਕੇ ਨਾਲ ਇੰਡੀਆ ਦੇ ਵਿੱਚ ਬਹੁਤ ਵਰਕ ਕਰ ਰਹੀਆਂ। ਠੀਕ ਹੈ, ਤਾਂ ਇਕਨੋਮਿਕ ਡਿਵੈਲਪਮੈਂਟ ਇਨ ਦੇਅਰ ਟੂ ਕੰਟਰੀਜ਼, ਲੀਗਲ ਰੈਸਟ੍ਰਿਕਸ਼ਨਸ, ਲੀਗਲ ਪ੍ਰੋਬਲਮਸ ਵੀ ਆਉਂਦੀਆਂ ਨੇ ਜਦੋਂ ਦੋ ਕੰਟਰੀਜ਼ ਜੁਆਇਨ ਟੂਗੈਦਰ ਕਰਦੀਆਂ। ਫੋਰਨ ਐਕਸਚੇਂਜ ਰੈਗੂਲੇਸ਼ਨਸ ਅੰਡਰ FERA, FEMA ਐਂਡ ਪਰਮਿਸ਼ਨਸ ਆਫ ਦ ਗਵਰਨਮੈਂਟ ਆਫ ਇੰਡੀਆ ਇਜ਼ ਐਸੈਂਸ਼ੀਅਲ। ਸਭ ਤੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਹੈ ਜਦੋਂ ਇੱਕ ਦੂਸਰੀਆਂ ਕੰਟਰੀਜ਼ ਤੋਂ ਆਪਾਂ ਕੋਲੈਬੋਰੇਟ ਕਰਦੇ ਹਾਂ। ਕੋਆਰਡੀਨੇਸ਼ਨ ਨਹੀਂ ਹੋ ਪਾਉਂਦਾ, ਹਰ ਪਾਰਟੀ ਨੂੰ ਹੋਏਗਾ ਕਿ ਉਹਦਾ ਇੰਟਰਸਟ ਅੱਗੇ ਆਪਾਂ ਫੋਲੋ ਕਰੀਏ ਦੂਸਰੇ ਨਾਲੋਂ, ਤਾਂ ਇਹ ਪ੍ਰੋਬਲਮ ਆ ਜਾਂਦੀ ਹੈ ਕੋਆਰਡੀਨੇਸ਼ਨ ਦੇ ਵਿੱਚ ਵੀ। ਓਕੇ, ਇਹ ਸੀ ਤੁਹਾਡਾ ਜੁਆਇੰਟ ਵੈਂਚਰ, ਇਹ ਤੁਹਾਡਾ ਚੈਪਟਰ ਹੋ ਗਿਆ ਸੈਕਟਰਲ ਆਰਗੇਨਾਈਜੇਸ਼ਨ ਆਫ ਬਿਜ਼ਨਸ ਕੰਪਲੀਟ। ਇਹ ਥੋੜ੍ਹਾ ਲੰਬਾ ਖਿੱਚਿਆ ਗਿਆ, ਵਿੱਚ ਦੀ ਥੋੜ੍ਹੀ ਵੈਡਿੰਗਸ ਆ ਜਾਂਦੀਆਂ ਸੀ, ਮੇਰੀ ਖੁਦ ਦੀ ਤਬੀਅਤ ਨਹੀਂ ਠੀਕ ਸੀ। ਠੀਕ ਹੈ, ਤਾਂ ਹੀ ਮੈਂ ਅੱਜ ਥੋੜ੍ਹੀ ਜ਼ਿਆਦਾ ਲੰਬੀ ਵੀਡੀਓ ਡਾਲ ਰਹੀ ਹਾਂ ਕਿ ਤੁਹਾਡਾ ਨਿਊ ਚੈਪਟਰ ਦੀ ਆਪਾਂ ਇੱਕ ਵਾਰ ਇੰਟਰੋਡਕਸ਼ਨ ਸਟਾਰਟ ਕਰ ਦਈਏ। ਫੋਰਮੇਸ਼ਨ ਆਫ ਇਕ ਕੰਪਨੀ, ਹੁਣ ਕੰਪਨੀ ਕਿੱਦਾਂ ਫੋਰਮ ਹੁੰਦੀ ਹੈ, ਤੁਹਾਨੂੰ ਕੰਪਨੀ ਦੀ ਡੈਫੀਨੇਸ਼ਨ ਆਪਾਂ ਪਹਿਲਾਂ ਪੜ੍ਹ ਲਈ ਸੀ। ਠੀਕ ਹੈ, ਕੰਪਨੀ ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ। ਕੰਪਨੀ ਕੈਨ ਸਿਊ ਟੂ ਅਦਰਸ ਐਂਡ ਕੰਪਨੀ ਕੈਨ ਬੀ ਸਿਊਡ, ਮਤਲਬ ਕੰਪਨੀ ਕਿਸੇ ਨੂੰ ਸਿਊ ਵੀ ਕਰ ਸਕਦੀ ਹੈ ਅਤੇ ਕੰਪਨੀ 'ਤੇ ਵੀ ਕੇਸ ਹੋ ਸਕਦਾ ਹੈ। ਦ ਪ੍ਰਮੋਸ਼ਨ ਆਫ ਐਵਰੀ ਬਿਜ਼ਨਸ ਰਿਕੁਆਇਰਸ ਅ ਪ੍ਰੋਸੈਸ ਟੂ ਬੀ ਫੋਲੋਡ।
A number of formalities have to be completed before a unit can come into existence. अगर किसी यूनिट ਨੂੰ ਸਟਾਰਟ ਕਰਨਾ ਹੈ ਤਾਂ ਬਹੁਤ ਸਾਰੀ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ, ਬਹੁਤ ਸਾਰੇ ਫਾਰਮੈਲਿਟੀਜ਼ ਹੁੰਦੀਆਂ ਨੇ which company has to fulfill. The promotion of a company involves the conceiving of a business opportunities and taking an initiative to give it a practical shape. ਪ੍ਰਮੋਸ਼ਨ ਆਫ ਅ ਕੰਪਨੀ ਦਾ ਇੱਥੋਂ ਮਤਲਬ ਹੈ ਕਿ ਕੰਪਨੀ ਨੂੰ ਇੱਕ ਤਰ੍ਹਾਂ ਦਾ ਸਟਾਰਟ ਕਰਨਾ. A person or a group or even a company may have discovered a business opportunity ਕਿ ਉਹਨਾਂ ਨੇ ਸਟਾਰਟ ਕਰਨਾ ਚਾਹੁੰਦੇ ਨੇ ਕਿ ਅਸੀਂ ਆਪਣੇ ਇੱਕ ਬਿਜ਼ਨਸ ਨੂੰ ਸਟਾਰਟ ਕਰੀਏ. Promoters. A promoter conceives an idea for setting up a particular business. Promoters ਉਹ ਹੋਣਗੇ ਜਿਨ੍ਹਾਂ ਨੂੰ ਇੱਕ ਆਈਡੀਆ ਆਏਗਾ ਕਿ ਅਸੀਂ ਪਰਟੀਕੂਲਰ ਇੱਕ ਬਿਜ਼ਨਸ ਨੂੰ ਸਟਾਰਟ ਕਰਨਾ ਹੈ ਗਿਵਨ ਪਲੇਸ 'ਤੇ ਐਂਡ ਪਰਫੋਰਮਸ ਵੇਰੀਅਸ ਫਾਰਮੈਲਿਟੀਜ਼ ਜੋ ਇੱਕ ਕੰਪਨੀ ਨੂੰ ਸਟਾਰਟ ਕਰਨ ਲਈ ਰਿਕੁਆਇਰਡ ਹੁੰਦੀਆਂ ਨੇ ਅਸੀਂ ਉਹ ਫੁਲਫਿਲ ਕਰਨੀ ਹੈ. A promoter may be an individual, firm, association of a person or a company. ਕੋਈ ਵੀ ਹੋ ਸਕਦੇ ਨੇ, ਇੰਡੀਵਿਜੂਅਲਸ ਹੋ ਸਕਦੀਆਂ ਨੇ, ਐਸੋਸੀਏਸ਼ਨ ਆਫ ਅ ਪਰਸਨ ਹੋ ਸਕਦੇ ਨੇ. The person who assists the promoters in completing various legal formalities are professional people like consuls, solicitors, lawyers ਵਗੈਰਾ, accountants, etc. and not promoters. ਜਾਂ ਇਹ ਵੀ ਹੋ ਸਕਦੇ ਨੇ ਜਾਂ ਨਹੀਂ, not promoters ਵੀ ਹੋ ਸਕਦੇ ਨੇ. ਕੋਈ ਵੀ ਕੰਪਨੀ ਨੂੰ promote ਕਰ ਸਕਦਾ ਹੈ. A promoter is a one who undertakes to form a company with reference to given object. ਇੱਕ ਅੰਡਰਟੇਕਸ ਹੁੰਦਾ ਹੈ, ਇੱਕ ਅੰਡਰਟੇਕਰ ਹੁੰਦਾ ਹੈ ਜੋ ਅੰਡਰਟੇਕ ਕਰਦਾ ਹੈ ਕੰਪਨੀ ਨੂੰ ਕਿ ਅਸੀਂ ਬਣਾਉਣੀ ਹੈ ਕੰਪਨੀ ਐਂਡ ਸੈਟ ਇਟ ਗੋਇੰਗ ਐਂਡ ਟੇਕ ਦ ਨੈਸੈਸਰੀ ਸਟੈਪ ਟੂ ਅਕੰਪਲਿਸ਼ ਦੈਟ ਪਰਪਸ. ਕਿ ਅਸੀਂ ਆਪਣੀ ਕੰਪਨੀ ਨੂੰ ਬਣਾਉਣਾ ਹੈ ਅਤੇ ਫਾਰਮੈਲਿਟੀਜ਼ ਪੂਰੀ ਕਰਨ ਲਈ ਮੈਂ ਪ੍ਰੋਪਰ ਤਰੀਕੇ ਨਾਲ ਰੈਡੀ ਹਾਂ. ਠੀਕ ਹੈ, ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਕਰੈਕਟਰਿਸਟਿਕਸ ਆਫ ਅ ਪ੍ਰਮੋਟਰ ਰੀਡ ਕਰਦੇ ਹਾਂ. ਥੈਂਕ ਯੂ.